ਅਸੀਂ ਵਿਦਿਆਰਥੀਆਂ ਦੇ ਵਿੱਚ ਅਤੇ ਉਹਨਾਂ ਨਾਲ ਜੁੜੇ ਹੋਏ ਉਹਨਾਂ ਦੇ ਮਿੱਤਰਾਂ ਲਈ ਅਸੀਂ ਕੋਈ ਨਾ ਕੋਈ ਉਪਰਾਲਾ ਕਰਦੇ ਰਹੀਏ, ਜਿਸ ਕਾਰਨ ਉਹ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੇ ਅਤੇ ਮਾਤ ਭਾਸ਼ਾ ਨੂੰ ਸਿੱਖਣ ਵਾਲੇ ਪ੍ਰੋਪਰ ਢੰਗ ਨਾਲ ਜਿਹੜੇ ਪੰਜਾਬੀ ਬੋਲਣੀ ਸਿੱਖ ਜਾਣ। ਕਿਉਂਕਿ ਪੰਜਾਬੀ ਕੋਈ ਵੀ ਭਾਸ਼ਾ ਹੈ, ਚਾਹੇ ਉਹ ਪੰਜਾਬੀ ਹੈ, ਚਾਹੇ ਉਹ ਇੰਗਲਿਸ਼ ਹੈ, ਚਾਹੇ ਉਹ ਆਪਣੀ ਅੰਗਰੇਜ਼ੀ ਹੈ, ਕਿਸੇ ਵੀ ਭਾਸ਼ਾ ਨੂੰ ਜਦੋਂ ਅਸੀਂ ਸਿੱਖਣਾ ਹੈ ਤਾਂ ਸਾਨੂੰ ਉਸ ਭਾਸ਼ਾ ਦੀ ਵਿਆਕਰਨ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇਕਰ ਸਾਨੂੰ ਉਸ ਭਾਸ਼ਾ ਦੀ ਵਿਆਕਰਨ ਆਉਂਦੀ ਹੋਏਗੀ ਤਾਂ ਹੀ ਅਸੀਂ ਜਿਹੜੀ ਹੈਗੀ ਪੰਜਾਬੀ ਭਾਸ਼ਾ ਨੂੰ ਜਾਂ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਵਿੱਚ ਬੋਲਣਾ ਸਿੱਖ ਸਕਦੇ ਹਾਂ। ਪਹਿਲੇ ਲੈਕਚਰਾਂ ਦੇ ਵਿੱਚ ਆਪਾਂ ਵਿਆਕਰਨ ਦੇ ਵੱਖਰੇ ਵੱਖਰੇ ਭਾਗਾਂ ਨੂੰ ਆਪਾਂ ਨੇ ਸਿੱਖਿਆ ਕਿ ਕਿਸ ਪ੍ਰਕਾਰ ਨਾਮ ਕੀ ਹੁੰਦਾ ਹੈ, ਪੜਨਾਮ ਕੀ ਹੁੰਦਾ ਹੈ। ਅੱਜ ਦੇ ਮੈਂ ਇਸ ਲੈਕਚਰ ਦੇ ਵਿੱਚ ਤੁਹਾਡੇ ਨਾਲ ਕਾਰਕ ਦੀ ਗੱਲ ਕਰਾਂਗਾ। ਕਾਰਕ ਦਾ ਵੀ ਜਿਹੜਾ ਹੈਗਾ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਵੱਡਾ ਰੋਲ ਹੈ ਕਿ ਕਿਸ ਪ੍ਰਕਾਰ ਵਾਕ ਦੇ ਅੰਦਰ ਕਾਰਕ ਦੀ ਪਛਾਣ ਕੀਤੀ ਜਾਂਦੀ ਹੈ, ਕਾਰਕ ਕੀ ਹੁੰਦਾ ਹੈ, ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਅਤੇ ਇਸ ਦੀ ਜਿਹੜੀ ਹੈਗੀ ਪੰਜਾਬੀ ਭਾਸ਼ਾ ਦੇ ਵਿੱਚ ਕੀ ਮਹੱਤਤਾ ਹੈਗੀ, ਇਸ ਬਾਰੇ ਆਪਾਂ ਗੱਲ ਕਰਾਂਗੇ। ਗੱਲ ਇਹ ਹੁਣ ਕਾਰਕ ਨੂੰ ਤੇ ਗੱਲ ਕਰ ਲੈਂਦੇ ਹਾਂ। ਕਾਰਕ ਹੈ ਕਿ ਕਾਰਕ ਕਹਿੰਦੇ ਨੇ ਕਿਸੇ ਵਾਕ ਵਿੱਚ ਨਾਮ ਪੜਨਾਮ ਦਾ ਹੋਰਨਾਂ ਸ਼ਬਦਾਂ ਭਾਵ ਕਿਰਿਆ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਰੂਪਾਂ ਨੂੰ ਕਾਰਕ ਕਹਿੰਦੇ ਨੇ। ਹੁਣ ਦੇਖੋ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਕਿਰਿਆ ਦਾ ਮਤਲਬ ਹੀ ਹੈ ਕੰਮ ਕਰਨਾ ਕਿਸੇ ਵਾਕ ਦੇ ਵਿੱਚ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਗੱਲ ਕਰਦੇ ਹਾਂ, ਇਹ ਹਰਮਨ ਪਿਆਰਾ ਭਰਾ ਹੈ ਔਰ ਗੱਲ ਕਰਦੇ ਹਾਂ ਸਿਮਰਨ ਨੇ ਕਮਲਜੀਤ ਨੂੰ ਵਧਾਈ ਦਿੱਤੀ। ਮਤਲਬ ਕਿ ਕਿਰਿਆ ਦਾ ਹੋਣਾ ਸੁਭਾਵਿਕ ਹੈ। ਹਰ ਵਾਕ ਦੇ ਅੰਦਰ ਕੋਈ ਨਾ ਕੋਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਰਿਆ ਹੁੰਦੀ ਹੈ ਔਰ ਕਿਰਿਆ ਤੋਂ ਬਗੈਰ ਜਿਹੜਾ ਵਾਕ ਹੈ ਸਾਡਾ ਉਹ ਅਧੂਰਾ ਹੈ। ਸੋ ਕਾਰਕ ਦੇ ਵਿੱਚ ਜਿਹੜੀ ਗੱਲ ਕਰਦੇ ਹਾਂ ਕਿ ਵਾਕ ਵਿੱਚ ਜਦੋਂ ਨਾਮ ਜਾਂ ਪੜਨਾਮ ਜਾਂ ਹੋਰਨਾਂ ਸ਼ਬਦਾਂ ਦਾ ਜਿਹੜਾ ਦਾ ਸੰਬੰਧ ਹੈ ਉਹ ਉਹਨੂੰ ਪ੍ਰਗਟ ਕਰਦੇ ਹਾਂ ਕਿਰਿਆ ਦੇ ਰੂਪ ਵਿੱਚ ਜਾਂ ਹੋਰਨਾਂ ਦੇ ਰੂਪ ਵਿੱਚ ਉਹਨੂੰ ਪ੍ਰਗਟ ਕਰਦੇ ਹਾਂ, ਉਹਨੂੰ ਅਸੀਂ ਕਾਰਕ ਕਹਿ ਦਿੰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਇਹ ਹਰਮਨ ਦਾ ਭਰਾ ਹੈ। ਹੁਣ ਇਸ ਦੇ ਵਿੱਚ ਜਿਹੜੀ ਗੱਲ ਤੁਸੀਂ ਸਮਝੋ ਕਿ ਇਹ ਹਰਮਨ ਦਾ ਭਰਾ ਹੈ। ਜਿਹੜਾ ਇੱਥੇ ਦਾ ਸ਼ਬਦ ਹੈ ਇਹ ਹਰਮਨ ਅਤੇ ਭਰਾ ਨੂੰ ਜੋੜਦਾ ਹੈ, ਉਹਦਾ ਮੀਨਿੰਗ ਕੱਢਦਾ ਹੈ। ਇਸ ਪ੍ਰਕਾਰ ਕਿ ਇੱਥੇ ਜਿਹੜਾ ਦਾ ਹੈ ਇਹ ਕਾਰਕ ਹੈ। ਦੂਜਾ ਸਿਮਰਨ ਨੇ ਕਮਲਜੀਤ ਨੂੰ ਵਧਾਈ ਦਿੱਤੀ। ਹੁਣ ਜੇ ਮੈਂ ਇੱਥੋਂ ਨੇਮ ਸ਼ਬਦ ਹੈ, ਨੇਮ ਸ਼ਬਦ ਵੀ ਇੱਥੇ ਕਾਰਕ ਦਾ ਕੰਮ ਕਰ ਰਿਹਾ ਹੈ ਕਿਉਂਕਿ ਜੇ ਅਸੀਂ ਨੇਮ ਸ਼ਬਦ 'ਚੋਂ ਕੱਢ ਦਿੰਦੇ ਹਾਂ ਤਾਂ ਸਿਮਰਨ ਕਮਲਜੀਤ ਨੂੰ ਵਧਾਈ ਦਿੱਤੀ, ਇਹਦਾ ਮੀਨਿੰਗ ਕੀ ਨਿਕਲਿਆ ਕਿ ਪਤਾ ਹੀ ਨਹੀਂ ਲੱਗਦਾ ਕਿ ਕਿਰਿਆ ਕਿਸ 'ਤੇ ਹੋ ਰਹੀ ਹੈ। ਹੁਣ ਇੱਥੇ ਕੀ ਕੀਤੀ ਹੈ, ਸਿਮਰਨ ਨੇ ਕਮਲਜੀਤ ਨੂੰ ਵਧਾਈ ਦਿੱਤੀ। ਹੁਣ ਇੱਥੇ ਜਿਹੜਾ ਨੇਮ ਸ਼ਬਦ ਹੈਗਾ ਸਿਮਰਨ ਜਿਹੜੇ ਹੈਗਾ ਉਹ ਕਰਤਾ ਹੈ ਔਰ ਉਸਨੇ ਵਧਾਈ ਕਿਹਨੂੰ ਦਿੱਤੀ ਹੈ, ਕਮਲਜੀਤ ਨੂੰ ਵਧਾਈ ਦਿੱਤੀ ਹੈ। ਉਹ ਕਰਮ ਹੈ, ਵਧਾਈ ਦੇਣਾ ਜਿਹੜਾ ਕਿ ਕਿਰਿਆ ਹੈ। ਇਸ ਪ੍ਰਕਾਰ ਜਿਹੜਾ ਕਾਰਕ ਦੇ ਵਿੱਚ ਜਿਹੜਾ ਕਿ ਕਿਰਿਆ ਨਾਲ ਸੰਬੰਧ ਤੇ ਜਿਹਨੂੰ ਪ੍ਰਗਟ ਕਰਦੇ ਹਾਂ ਉਹਨੂੰ ਅਸੀਂ ਕਾਰਕ ਕਹਿੰਦੇ ਹਾਂ। ਹੁਣ ਜਿਹੜਾ ਸਾਡਾ ਕਾਰਕ ਹੈ, ਕਾਰਕ ਸਾਡਾ 8 ਪ੍ਰਕਾਰ ਦਾ ਹੁੰਦਾ ਹੈ। ਨੰਬਰ 1 ਕਰਤਾ ਕਾਰਕ, ਨੰਬਰ 2 ਆਪਣਾ ਕਰਮ ਕਾਰਕ, ਨੰਬਰ 3 ਕਰਨ ਕਾਰਕ, ਨੰਬਰ 4 ਸੰਪਾਦਨ ਕਾਰਕ, ਨੰਬਰ 5 ਅਪਦਾਨ ਕਾਰਕ, ਨੰਬਰ 6 ਸੰਬੰਧ ਕਾਰਕ, ਨੰਬਰ 7 ਅਧਿਕਰਨ ਕਾਰਕ, ਨੰਬਰ 8 ਸੰਬੋਧਨ ਕਾਰਕ। ਹੁਣ ਤੁਸੀਂ ਇਕੱਲੇ ਨੂੰ ਤੁਸੀਂ ਇੱਕ ਗੱਲ ਇਸ ਦੇ ਵਿੱਚ ਕਾਰਕ ਵਿੱਚ ਦੇਖ ਰਹੇ ਹੋ ਕਿ कर्ता ने कर्म को करण से संपादन अपदान संबंध अधिकरण और संबोधन ये एक दूजे नाल कड़ियां जुड़ियां हुई ने। एक कड़ी दूजी कड़ी नाल जुड़ी हुई है। जो ਅਸੀਂ ਨੂੰ ਕਾਰਕ ਦੇ रूप ਵਿੱਚ ਵੇਖਦੇ ਹਾਂ पहली कड़ी दूजी कड़ी नाल जिवें करता का जिहड़ा संबंध है वो कर्म नाल है। ਹੁਣ क्योंकि करता वाक जिहड़ा करता कारक की है कि किसी वाक ਵਿੱਚ ਕੰਮ ਕਰਨ ਵਾਲੇ नाम ਜਾਂ परिणाम ਨੂੰ करता कारक किया जाता है। ਜਿਹੜਾ कोई वाक है कोई भी सेंटेंस बंदा ਆਪਾਂ ਪਹਿਲਾਂ वाक ਦੇ ਵਿੱਚ ਡੈਫੀਨੇਸ਼ਨ ਦੀ ਗੱਲ ਕੀਤੀ ਹੈ कि एक जो वाक लिखा जाता है वाक की जो पूरा मीनिंग निकलता हो वो एक कंप्लीट सेंटेंस बन जाता है, वाक किया जाता है। पर वाक किस कैटेगरी में है क्योंकि आप वाक की गल्लां कीतियां सी कि जिहड़े वाक के दो भाग होंदे ने, एक उद्देश हुंदा एक उपदेश हुंदा। उद्देश नूं असीं सबजैक्ट कह दिंदे हां इंग्लिश दे विच और उपदेश नूं असीं इंग्लिश दे विच प्रेडिकेट कह दिंदे हां। हुण इहदा दोनां दे सुमेल नाल वाक बनदा। हुण जिहड़ा हर वाक दे विच एक करता
ਕਰਤਾ ਹੁੰਦਾ ਹੈਗਾ ਜਿਹੜਾ ਕੰਮ ਕਰ ਰਿਹਾ ਹੁੰਦਾ। ਹੁਣ ਇਹਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਹੈ, ਸੁਰਿੰਦਰ ਪੜ੍ਹਦਾ ਹੈ, ਉਸਨੇ ਸਬਕ ਪੜ੍ਹਿਆ। ਹੁਣ ਦੇਖੋ, ਹੁਣ ਇਹਦੇ ਵਿੱਚ ਕਰਤਾ ਕੌਣ ਹੈ, ਸਬਜੈਕਟ ਕੌਣ ਹੈ? ਇਸ ਬਾਗ ਦੇ ਸਬਜੈਕਟ ਸੁਰਿੰਦਰ ਹੈ, ਕਿਉਂਕਿ ਸੁਰਿੰਦਰ ਪੜ੍ਹਦਾ। ਸੁਰਿੰਦਰ ਕਿਤੇ ਕਿਰਿਆ ਕਰਦਾ? ਪੜ੍ਹਨ ਤੇ ਕਿਰਿਆ ਕਰਦਾ। ਸੁਰਿੰਦਰ ਜਿਹੜਾ ਕਿਰਿਆ ਕਰਦਾ ਹੈ ਉਹ ਪੜ੍ਹਨ ਤੇ ਕਿਰਿਆ ਕਰਦਾ। ਇਸ ਕਰਕੇ ਜਿਹੜਾ ਸੁਰਿੰਦਰ ਹੈ ਇਹਦੇ ਵਿੱਚ ਉਹ ਕਰਤਾ ਹੈ। ਪਰ ਉਸਨੇ ਸਬਕ ਪੜ੍ਹਿਆ। ਹੁਣ ਜਿਹੜਾ ਉਸਨੇ ਹੈ, ਇੱਥੇ ਉਸਨੇ ਵਿੱਚ ਵੀ ਕਰਤਾ ਹੈ। ਕੌਣ ਹੈ? ਕੋਈ ਨਾ ਕੋਈ ਤਾਂ ਹੈਗਾ। ਉਹ ਕਿਤੇ ਕਿਰਿਆ ਕਰਦਾ? ਸਬਕ ਤੇ ਕਿਰਿਆ ਕਰਦਾ ਹੈ। ਪੜ੍ਹਨ ਦੀ ਕਿਰਿਆ ਸਬਕ ਤੇ ਹੋ ਰਹੀ ਹੈ, ਇਸ ਕਰਕੇ ਇਹ ਕਰਤਾ ਵਾਕ ਹੈ। ਜਦੋਂ ਅਸੀਂ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹਾਂ, ਇਹਨਾਂ ਦੇ ਵਿੱਚ ਇੱਕ ਗੱਲ ਪੁੱਛੀ ਜਾਂਦੀ ਹੈ ਕਿ ਕੌਣ ਸਬਕ ਪੜ੍ਹਦਾ ਹੈ, ਕੌਣ ਪੜ੍ਹਦਾ। ਹੁਣ ਇਹਦੇ ਵਿੱਚ ਕੌਣ ਅਤੇ ਕਿਸ ਨੇ, ਇਹ ਦੋ ਤਰ੍ਹਾਂ ਦੇ ਕੁਐਸਚਨ ਨੇ ਜਿਹੜੇ ਪੁੱਟ ਕੀਤੇ ਜਾਂਦੇ ਨੇ, ਜਿਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਕਰਤਾ। ਹੁਣ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰਦਾ ਕਿ ਕੌਣ ਸਬਕ ਪੜ੍ਹਦਾ ਹੈ। ਮੈਂ ਤੁਹਾਨੂੰ ਕੁਐਸਚਨ ਪੁੱਟਿਆ, ਕੌਣ ਸਬਕ ਪੜ੍ਹਦਾ ਹੈ, ਤਾਂ ਉਹ ਕੀ ਕਹਿ ਰਹੇ ਜੀ? ਸੁਰਿੰਦਰ। ਹੁਣ ਜਿਹੜਾ ਸੁਰਿੰਦਰ ਹੈ ਇੱਥੇ ਕਰਤਾ ਹੈ। ਕੁਐਸਚਨਿੰਗ ਦੇ ਵਿੱਚ ਜਦੋਂ ਪ੍ਰਸ਼ਨ ਪੁੱਛਿਆ ਜਾਂਦਾ ਹੈ ਤਾਂ ਉਸ ਪ੍ਰਸ਼ਨ ਦਾ ਆਨਸਰ ਕੀ ਹੈ, ਉਹ ਕਰਤਾ ਹੈ। ਹੁਣ ਦੂਜਾ ਪ੍ਰਸ਼ਨ ਮੈਂ ਗੱਲ ਕਰਾਂ, ਕਿਸ ਨੇ ਸਬਕ ਪੜ੍ਹਿਆ? ਪ੍ਰਸ਼ਨ ਆਇਆ ਕਿਸ ਨੇ ਸਬਕ ਪੜ੍ਹਿਆ? ਉਸਨੇ। ਹੁਣ ਜਿਹੜਾ ਉਸਨੇ ਅਤੇ ਸੁਰਿੰਦਰ, ਇਹ ਪਹਿਚਾਣ ਚਿੰਨ੍ਹ ਵਿੱਚ ਕੌਣ ਅਤੇ ਕਿਸਨੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਮਝੋ ਅਸੀਂ ਗੱਲ ਕਰਤਾ ਦੀ ਕਰ ਰਹੇ ਹਾਂ। ਹੁਣ ਕਰਤਾ ਜਿਹੜਾ ਹੈਗਾ, ਕਰਤਾ ਵਿੱਚ ਆਪਾਂ ਕੇ ਬਾਅਦ ਵਿੱਚ ਕੰਮ ਕਰਨ ਵਾਲੇ ਨਾਮ ਜਾਂ ਪਰਿਣਾਮ ਨੂੰ ਕਰਤਾ ਕਿਹਾ ਜਾਂਦਾ ਹੈ। ਸਮਝ ਲੱਗ ਗਈ? ਦੂਸਰਾ ਹੈਗਾ ਕਰਮਕਾਰ। ਹੁਣ ਦੇਖੋ, ਕੋਈ ਬਾਤ ਹੁੰਦਾ ਹੈ ਜਦੋਂ ਬਾਅਦ ਦੇ ਵਿੱਚ ਕਰਤਾ ਕਿਸੇ ਤੇ ਕੰਮ ਕਰੇ, ਜਿਵੇਂ ਐਗਜ਼ਾਮਪਲ ਮੈਂ ਦੇ ਸਕਦਾ, ਮੋਹਨ ਦੁੱਧ ਪੀਂਦਾ ਹੈ। ਹੁਣ ਮੋਹਨ ਦਾ ਜਿਹੜਾ ਕਰਮ ਹੈ ਉਹ ਦੁੱਧ ਪੀਣਾ ਹੈ, ਦੁੱਧ ਕਰਮ ਹੈ। ਮੋਹਨ ਦੁੱਧ ਪੀਂਦਾ ਹੈ, ਮੋਹਨ ਕਿਰਿਆ ਕਰਦਾ ਹੈ, ਕਿਸ ਤੇ ਕਿਰਿਆ ਕਰਦਾ ਹੈ? ਦੁੱਧ ਤੇ। ਤੇ ਇਹਦਾ ਮਤਲਬ ਇਹ ਕੀ ਹੋ ਗਿਆ ਕਿ ਜਿਹੜਾ ਕਰਮ ਹੋਏਗਾ, ਕਰਮ ਕਹਿੰਦੇ ਨੇ ਕਿ ਜਦ ਬਾਅਦ ਵਿੱਚ ਕਿਰਿਆ ਦੇ ਕੰਮ ਦਾ ਪ੍ਰਭਾਵ ਤੋਂ ਦੂਜੇ ਨਾਮ ਜਾਂ ਪਰਿਣਾਮ ਤੇ ਪੈਂਦਾ ਹੈ। ਸਮਝਣ ਦੀ ਕੋਸ਼ਿਸ਼ ਕਰੋ ਕੀ ਕਹਿਣਾ ਚਾਹੁੰਦਾ ਮੈਂ, ਕਿ ਜਦੋਂ ਕਿਸੇ ਵਾਕ ਦੀ ਕਿਰਿਆ ਦਾ ਕੰਮ ਦਾ ਪ੍ਰਭਾਵ ਤੋਂ ਛੁੱਟ ਦੂਜੇ ਨਾਮ ਜਾਂ ਪਰਿਣਾਮ ਤੇ ਪੈਂਦਾ ਹੈ, ਉਸ ਨੂੰ ਕੀ ਕਹਿੰਦੇ ਨੇ? ਕਰਮ ਕਾਰਕ ਕਹਿ ਦਿੰਦੇ। ਐਗਜ਼ਾਮਪਲ ਲੈ ਲਓ ਤੁਸੀਂ, ਹੁਣ ਜਗਦੀਸ਼ ਨੇ ਦੁੱਧ ਪੀਤਾ। ਹੁਣ ਦੇਖੋ, ਜਗਦੀਸ਼ ਹੈ, ਜਗਦੀਸ਼ ਹੈਗਾ ਕਰਤਾ, ਔਰ ਉਹਨੇ ਕਿਰਿਆ ਕੀ ਕੀਤੀ? ਪੀਣ ਦੀ। ਪਰ ਕੀਤੀ ਕਿਤੇ ਹੈ? ਦੁੱਧ ਤੇ। ਉਸਨੇ, ਜਗਦੀਸ਼ ਨੇ ਦੁੱਧ ਪੀਤਾ। ਦੂਜੀ ਗੱਲ ਕੀਤੀ ਕਿ ਬਹੁਤ ਸਾਰੇ ਵਾਕਾਂ ਦੇ ਤੁਸੀਂ ਕਿੰਨੇ ਮਰਜ਼ੀ ਵਾਕ ਦੇ ਤੁਸੀਂ ਲੈ ਸਕਦੇ ਹੋ ਕਿ ਸੋਹਣ ਸਕੂਲ ਜਾ ਕੇ ਕਿਤਾਬ ਪੜ੍ਹਦਾ ਹੈ। ਹੁਣ ਸੋਹਣ ਸਕੂਲ ਜਾਂਦਾ ਹੈ, ਸੋਹਣ ਸਕੂਲ ਜਾ ਕੇ ਕਿਤਾਬ ਪੜ੍ਹਦਾ ਹੈ। ਹੁਣ ਜਿਹੜਾ ਸੋਹਣ ਦਾ ਕਰਮ ਹੈ, ਜਿਹੜਾ ਉਹ ਸਕੂਲ ਜਾਣਾ ਹੈ, ਉੱਥੇ ਜਾ ਕੇ ਕਰਦਾ ਕੀ ਹੈ? ਪੜ੍ਹਨਾ, ਕਿਤਾਬ ਪੜ੍ਹਦਾ ਹੈ। ਸੋ ਇਸ ਪ੍ਰਕਾਰ ਜਦੋਂ ਅਸੀਂ ਕਰਮ ਵਾਕ ਦੇ ਵਿੱਚ ਕੀ ਜਾਂ ਕਿਸ ਨੂੰ ਦੀ ਗੱਲ ਕਰਦੇ ਹਾਂ, ਕੀ ਭਾਵ ਕਿਸ ਨੇ ਦੁੱਧ ਪੀਤਾ, ਕਿਸ ਨੇ, ਜਗਦੀਸ਼ ਨੇ ਕੀ ਕੀਤਾ। ਹੁਣ ਗੱਲ ਆ ਗਈ ਜਗਦੀਸ਼ ਨੇ ਕੀ ਕੀਤਾ? ਜਗਦੀਸ਼ ਨੇ ਦੁੱਧ ਪੀਤਾ ਜੀ। ਹੁਣ ਜਿਹੜਾ ਦੁੱਧ ਆ ਉਹਦਾ ਕਰਮ ਹੈ। ਦੂਜੀ ਗੱਲ ਆ ਗਈ, ਸਕੂਲ ਜਾ ਕੇ ਕੌਣ ਪੜ੍ਹਦਾ? ਸਕੂਲ ਜਾ ਕੇ ਕੀ ਪੜ੍ਹਿਆ? ਸੋਹਣ ਨੇ ਸਕੂਲ ਜਾ ਕੇ ਕੀ ਪੜ੍ਹਿਆ? ਕਿਤਾਬ। ਹੁਣ ਕਿਤਾਬ ਉਹਦਾ ਕਰਮ ਹੈ। ਇਸ ਪ੍ਰਕਾਰ ਜਦੋਂ ਕਿਸੇ ਵਾਕ ਦੇ ਵਿੱਚ ਕਿਰਿਆ ਦੇ ਕੰਮ ਦਾ ਪ੍ਰਭਾਵ ਤੋਂ ਛੁੱਟ ਦੂਜੇ ਨਾਮ ਜਾਂ ਪਰਿਣਾਮ ਦੇ ਪੈਂਦਾ ਹੈ, ਉਸ ਨੂੰ ਅਸੀਂ ਕੀ ਕਹਿੰਦੇ ਨੇ? ਕਰਮ ਕਾਰਕ ਕਹਿੰਦੇ ਨੇ। ਤੁਸੀਂ ਬਾਰ-ਬਾਰ ਜਦੋਂ ਅਸੀਂ ਇਹਨਾਂ ਦੀ ਗੱਲਾਂ ਕਰਦੇ ਹਾਂ ਕਿ ਕਰਮਕਾਰ ਕੀ ਹੁੰਦਾ, ਕਰਤਾਕਾਰ ਕੀ ਹੁੰਦਾ ਹੈਗਾ, ਤੁਸੀਂ ਜਦੋਂ ਸੈਂਟੈਂਸ ਦਾ ਸੈਂਟੈਂਸ ਬਣਾ ਕੇ ਲਿਖੋਗੇ, ਉਹਦੀ ਪਛਾਣ ਕਰੋਗੇ, ਤੁਹਾਨੂੰ ਆਪਣੇ ਪਤਾ ਲੱਗ ਜਾਏਗਾ ਕਿ ਕਰਤਾ ਕੀ ਹੁੰਦਾ। ਕਰਤਾ ਸਬਜੈਕਟ ਹੈ ਜੀ, ਜਿਹੜਾ ਉਸ ਤੋਂ ਬਾਅਦ ਕਰਮ ਕੀ ਹੈ, ਜਿਸ ਤੇ ਕੰਮ ਕੀਤਾ ਜਾਂਦਾ ਹੈ। ਉਹ ਤੀਜਾ ਹੈ ਕਰਨਕਾਰਕ। ਕਰਨਕਾਰਕ ਕੀ ਹੁੰਦਾ ਹੈ? ਬਾਅਦ ਵਿੱਚ ਨਾਮ ਜਾਂ ਪਰਿਣਾਮ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਵੇ। ਜਿਹੜਾ ਵਾਕ ਹੈ, ਵਾਕ ਦੇ ਅੰਦਰ ਬਾਅਦ ਵਿੱਚ ਨਾਮ ਜਾਂ ਪਰਿਣਾਮ ਦੁਆਰਾ ਕਿਰਿਆ ਦਾ ਕੰਮ ਦਿੱਤਾ ਜਾਵੇ, ਉਸ ਨੂੰ ਕਹਿੰਦੇ ਨੇ ਕਰਨਕਾਰਕ। ਐਗਜ਼ਾਮਪਲ ਹੈ, ਜਤਿੰਦਰ ਨੇ ਸੱਪ ਨੂੰ ਡਾਂਗ ਨਾਲ ਮਾਰਿਆ। ਹੁਣ ਤੁਸੀਂ ਇਹਨੂੰ ਕੱਲੇ ਵਰਡ ਨੂੰ ਸੁਣੋ, ਜਤਿੰਦਰ ਨੇ ਸੱਪ ਨੂੰ ਡਾਂਗ ਨਾਲ ਮਾਰਿਆ। ਹੁਣ ਕੁਐਸਚਨ ਕੀ ਹੈ ਕਿ ਬਾਅਦ ਵਿੱਚ ਨਾਮ ਜਾਂ ਪਰਿਣਾਮ ਦੁਆਰਾ ਕਿਰਿਆ ਦਾ ਕੰਮ ਕਿਹਨੇ ਕੀਤਾ ਹੈ? ਨੇ, ਜਤਿੰਦਰ ਨੇ ਕੀਤਾ ਕਿਰਿਆ ਦਾ ਕੰਮ। ਹੁਣ ਜਿਹੜੀ ਕਿਰਿਆ ਦਾ ਕੰਮ ਕੀਤਾ ਜਤਿੰਦਰ ਨੇ ਕੀਤਾ। ਕੀ ਕੀਤਾ ਉਹਨੇ? ਸੱਪ ਨੂੰ ਡਾਂਗ ਨਾਲ ਮਾਰਿਆ। ਉਹ ਦੂਜੀ ਗੱਲ ਆ ਗਈ, ਸੁਰਿੰਦਰ ਨੇ ਸਹੇਲੀ ਰਾਹੀਂ ਚਿੱਠੀ ਭੇਜੀ। ਹੁਣ ਕਿਰਿਆ ਦਾ ਕੰਮ ਕਿਹਨੇ ਕੀਤਾ? ਕਿਹਨੇ ਕੰਮ ਕੀਤਾ?
ਸੁਰਿੰਦਰ ਨੇ ਕਿਹੜਾ ਦਾ ਕੰਮ ਕੀਤਾ। ਸੁਰਿੰਦਰ ਨੇ ਜੋ ਕੰਮ ਕੀਤਾ, ਸਹੇਲੀ ਹੈ ਜਿਹੜੀ ਉਹਦੀ ਸਹੇਲੀ ਰਾਹੀਂ ਚਿੱਠੀ ਭੇਜੀ। ਇਸ ਪ੍ਰਕਾਰ ਜਦੋਂ ਬਾਤ ਵਿੱਚ ਨਾਮ ਜਾਂ ਪ੍ਰਣਾਮ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਵੇ ਉਸ ਨੂੰ ਅਸੀਂ ਕਰਨ ਕਾਰਕ ਹੈ। ਹੁਣ ਅਗਲਾ ਹੈਗਾ ਸੰਪਰਦਾਨ ਕਾਰਕ। ਸੰਪਰਦਾਨ ਕਾਰਕ ਕੀ ਹੈ? ਜਦੋਂ ਬਾਤ ਵਿੱਚ ਨਾਮ ਜਾਂ ਪ੍ਰਣਾਮ ਲਈ ਬਾਤ ਦਾ ਕਰਤਾ ਕਰਦਾ ਹੈ ਕੰਮ, ਉਹਦੇ ਵਿੱਚ ਬਾਤ ਦੇ ਵਿੱਚ ਜਿਹੜਾ ਗਾ ਕਰਤਾ ਕੰਮ ਕਰਦਾ ਹੈ, ਉਸ ਨੂੰ ਹੀ ਸੰਪਰਦਾਨ ਕਾਰਕ ਕਹਿੰਦੇ ਨੇ। ਐਗਜ਼ਾਮਪਲ ਦੇਖੋ ਤੁਸੀਂ ਕਿੰਨੀ ਸੋਹਣੀ ਹੈ। ਪਿਤਾ ਨੇ ਬੱਚੇ ਲਈ ਮੁਸ਼ੱਕਤ ਕੀਤੀ। ਦੇਖੋ ਪਿਤਾ ਨੇ ਬੱਚੇ ਲਈ ਮੁਸ਼ੱਕਤ ਕੀਤੀ। ਹੁਣ ਇੱਥੇ ਕੀ ਹੈ? ਬੱਚੇ ਲਈ ਕੀਤੀ ਹੈ। ਕਿਹਨੇ ਕੀਤੀ ਹੈ? ਪਿਤਾ ਨੇ। ਦੂਜੀ ਗੱਲ ਹੈ, ਪ੍ਰਿੰਸੀਪਲ ਰਾਮ ਸਿੰਘ ਨੇ ਕਾਲਜ ਵਾਸਤੇ ਇੱਕ ਦਿਨ ਰਾਤ ਕੀਤਾ। ਹੁਣ ਕੁਐਸਚਨ ਕੀ ਹੈ? ਬਾਕ ਵਿੱਚ ਨਾਮ ਜਾਂ ਪ੍ਰਣਾਮ ਲਈ ਬਾਕ ਦਾ ਕਰਤਾ ਕੰਮ ਕਰਦਾ ਹੈ। ਹੁਣ ਕੀ ਇੱਥੇ ਜਿਹੜਾ ਪ੍ਰਿੰਸੀਪਲ ਰਾਮ ਸਿੰਘ ਹੈ ਉਹ ਬਾਕ ਦਾ ਕਰਤਾ ਹੈ। ਉਸਨੇ ਕੀ ਕੀਤਾ? ਕਾਲਜ ਵਾਸਤੇ ਕੀ ਕੰਮ ਕੀਤਾ? ਦਿਨ ਰਾਤ ਇੱਕ ਕੀਤਾ। ਇਸ ਕਰਕੇ ਇਸ ਕੈਟੇਗਰੀ ਚ ਆਉਂਦੇ ਨੇ ਸੰਪਰਦਾਨ ਕਾਰਕ। ਫਿਰ ਆਗੇ ਅੰਪਾਦਾਨ ਕਾਰਕ। ਅੰਪਾਦਾਨ ਕਾਰਕ ਕੀ ਹੈ? ਜਦੋਂ ਕਿਸੇ ਬਾਕ ਵਿੱਚ ਨਾਮ ਜਾਂ ਪ੍ਰਣਾਮ ਤੋਂ ਕਿਰਿਆ ਦਾ ਕੰਮ ਆਰੰਭ ਹੋਵੇ ਜਾਂ ਵੱਖ-ਵੱਖ ਭਾਵ ਪ੍ਰਗਟ ਹੁੰਦੇ ਹੋਣ, ਉਸ ਨੂੰ ਕਹਿੰਦੇ ਨੇ ਅੰਪਾਦਾਨ ਕਾਰਕ। ਬਾਤ ਵਿੱਚ ਨਾਮ ਜਾਂ ਪ੍ਰਣਾਮ ਤੋਂ ਕਿਰਿਆ ਦਾ ਕੰਮ ਆਰੰਭ ਹੋਵੇ ਜਾਂ ਵੱਖ-ਵੱਖ ਭਾਵ ਪ੍ਰਗਟ ਹੋਣ, ਉਸ ਨੂੰ ਅੰਪਾਦਾਨ ਕਾਰਕ ਕਹਿੰਦੇ ਨੇ। ਜਿਵੇਂ ਦੇਖੋ ਹੁਣ ਤੁਸੀਂ, ਸੰਤੋਖ ਦਿੱਲੀੋਂ ਆਇਆ। ਸੰਤੋਖ ਦਿੱਲੀੋਂ ਆਇਆ। ਹੁਣ ਇੱਥੇ ਜਿਹੜਾ ਹੈਗਾ ਦਿੱਲੀੋਂ ਹੈ ਉਹ ਅੰਪਾਦਾਨ ਕਾਰਕ। ਬਖਸ਼ੀਸ਼ ਪਾਸੋਂ ਪੈਸੇ ਲੈ ਲੈਣਾ ਜਾਂ ਰਾਮ ਪਾਸੋਂ ਪੈਸੇ ਲੈ ਲੈਣਾ। ਹੁਣ ਜਿਹੜੇ ਪੈਸੇ ਲੈਣਾ ਪਾਸੋਂ ਹੈ ਸ਼ਬਦ, ਉਹ ਇੱਥੇ ਅੰਪਾਦਾਨ ਕਾਰਕ ਹੈ, ਕਿਉਂਕਿ ਉਹਦੇ ਚ ਲਿਖਿਆ ਹੈ ਕਿ ਕਿਰਿਆ ਦੇ ਕੰਮ ਦਾ ਆਰੰਭ ਜਾਂ ਵੱਖ-ਵੱਖ ਉਹਦੇ ਭਾਵ ਪ੍ਰਗਟ ਹੋਣ। ਹੁਣ ਉੱਥੇ ਗੱਲ ਕੀਤੀ ਉਹਨੇ, ਕਹਿੰਦਾ ਸੰਤੋਖ ਦਿੱਲੀੋਂ ਆਇਆ। ਕੌਣ ਦਿੱਲੀੋਂ ਆਇਆ ਬਈ? ਹੁਣ ਦਿੱਲੀ ਸ਼ਬਦ ਜਿਹੜਾ ਇੱਥੇ ਹੈਗਾ ਉਹ ਸਾਡਾ ਅੰਪਾਦਾਨ ਕਾਰਕ ਹੈ। ਫਿਰ ਅਗਲਾ ਆ ਗਿਆ ਅੰਪਾਦਾਨ ਕਾਰਕ ਤੋਂ ਬਾਅਦ ਸੰਬੰਧ ਕਾਰਕ। ਸੰਬੰਧ ਵਿੱਚ ਦੋ ਚੀਜ਼ਾਂ ਨੂੰ ਜੋੜਨਾ। ਜਦੋਂ ਕਿਸੇ ਬਾਕ ਦੇ ਵਿੱਚ ਨਾਮ ਜਾਂ ਪ੍ਰਣਾਮ ਵਿੱਚ ਮਾਲਕੀ ਦਾ ਸੰਬੰਧ ਹੋਵੇ, ਉਹਨੂੰ ਸੰਬੰਧਵਾਚਕ ਜਿਹੜਾ ਸੰਬੰਧ ਕਾਰਕ ਕਹਿੰਦੇ ਨੇ। ਜਦੋਂ ਕਿਸੇ ਬਾਕ ਵਿੱਚ ਨਾਮ ਜਾਂ ਪ੍ਰਣਾਮ ਦੁਆਰਾ ਮਾਲਕੀ ਦਾ ਸੰਬੰਧ ਸਥਾਪਿਤ ਕੀਤਾ ਗਿਆ ਹੋਵੇ। ਇਹ ਮੇਜ਼ ਮੇਰਾ ਹੈ, ਹੁਣ ਇਹ ਮੇਜ਼ ਦੇ ਉੱਤੇ ਜਿਹੜੀ ਮੇਰੀ ਮਾਲਕੀ ਮੇਰੀ ਹੈ। ਐਗਜ਼ਾਮਪਲ ਹੈ ਕਿ ਇਹ ਸੁਰਜੀਤ ਦੀ ਕੋਠੀ ਹੈ। ਭਾਈ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾ ਰਿਹਾ ਇਹ ਸੁਰਜੀਤ ਦੀ ਕੋਠੀ ਹੈ। ਜਿਹੜੀ ਕੋਠੀ ਹੈ ਉਹ ਮਾਲਕੀ ਹੈ। ਇਹ ਕਿਤਾਬ ਮੇਰੀ ਹੈ। ਉਹ ਜਿਹੜੀ ਮੈਂ ਕਿਤਾਬ ਦਿਖਾ ਰਿਹਾ, ਕਿਤਾਬ ਦਾ ਇਸ਼ਾਰਾ ਕਰਕੇ ਕੀਤਾ, ਕਿਤਾਬ ਭਾਈ ਮੇਰੀ ਹੈ। ਇਹ ਕਿਤਾਬ ਤੇ ਮੇਰੀ ਮਾਲਕੀ ਹੈ। ਭਾਵ ਮਾਲਕੀ ਦਾ ਆ ਜਾਂਦਾ। ਦੂਜਾ, ਉਹ ਤੇਰਾ ਸਕੂਟਰ ਹੈ। ਹੁਣ ਉਹ ਤੇਰਾ ਜਿਹੜਾ ਸ਼ਬਦ ਆ ਗਿਆ, ਮਾਲਕੀ ਦਿਖਾਤੀ। ਕਿਸ ਤੇ ਦਿਖਾਤੀ ਮਾਲਕੀ? ਸਕੂਟਰ ਤੇ ਦਿਖਾਤੀ ਮਾਲਕੀ। ਪਹਿਲੇ ਚ ਕਿਤੇ ਦਿਖਾਤੀ? ਸੁਰਜੀਤ ਦੀ ਕੋਠੀ। ਹੁਣ ਕਿਤੇ ਦਿਖਾਈ ਮਾਲਕੀ? ਸੁਰਜੀਤ ਦੀ। ਕਿਸ ਤੇ ਦਿਖਾਈ ਹੈ? ਕੋਠੀ ਤੇ। ਜਿਸ ਨੂੰ ਕਹਿੰਦੇ ਨੇ ਅੰਪਾਦਾਨ ਕਾਰਕ। ਫਿਰ ਆ ਗਿਆ ਸੰਬੰਧ ਕਾਰਕ। ਫਿਰ ਆ ਗਿਆ ਅਧਿਕਰਨ ਕਾਰਕ। ਜਦੋਂ ਕਿਸੇ ਬਾਕ ਵਿੱਚ ਨਾਮ ਜਾਂ ਪ੍ਰਣਾਮ ਦੇ ਆਸਰੇ ਜਾਂ ਜਿਸ ਥਾਂ ਹੋਵੇ ਜਾਂ ਕੋਈ ਥਾਂ ਹੋਵੇ, ਉਸ ਲਈ ਜਿਹੜਾ ਵਰਤਿਆ ਜਾਂਦਾ ਉਹਨੂੰ ਕਹਿੰਦੇ ਨੇ ਅਧਿਕਰਨ ਕਾਰਕ। ਬਾਕ ਦੇ ਵਿੱਚ ਨਾਮ ਜਾਂ ਪ੍ਰਣਾਮ ਦੇ ਆਸਰੇ ਜਾਂ ਜਿਸ ਥਾਂ ਤੇ ਹੋਵੇ, ਉਸ ਥਾਂ ਲਈ ਜਿਹੜੇ ਸ਼ਬਦ ਵਰਤਿਆ ਜਾਂਦਾ ਹੈਗਾ ਜਾਂ ਕੋਈ ਬਾਤ ਲਿਖਿਆ ਜਾਂਦਾ, ਬਾਅਦ ਵਿੱਚ ਸ਼ਬਦ ਵਰਤਿਆ ਜਾਂਦਾ ਹੈ, ਉਸ ਨੂੰ ਕਹਿੰਦੇ ਨੇ ਅਧਿਕਰਨ ਕਾਰਕ। ਐਗਜ਼ਾਮਪਲ, ਛੱਤ ਉੱਤੇ ਪੜੋ। ਕੀ ਕਿਹਾ ਗਿਆ? ਛੱਤ ਉੱਤੇ ਪੜੋ। ਭਾਵ ਜਿਹੜੀ ਛੱਤ ਹੈ ਉਹ ਥਾਂ ਹੈ। ਤੁਹਾਨੂੰ ਕਿਹਾ ਗਿਆ ਵੀ ਭਾਈ ਸੀੜੀਆਂ ਚੜੋ ਅਤੇ ਉੱਪਰ ਕੋਠੇ ਤੇ ਚਲੇ ਜਾਓ, ਉਹਦੀ ਛੱਤ ਤੇ ਪੜਨਾ। ਹੁਣ ਜਿਹੜਾ ਇੱਥੇ ਛੱਤ ਹੈ ਉਹ ਥਾਂ। ਫਿਰ ਆ ਗਿਆ ਕਮਰੇ ਵਿੱਚ ਬੈਠੋ। ਤੁਸੀਂ ਬਾਹਰ ਫਿਰਦੇ ਹੋ, ਛੁੱਟੀ ਹੋਈ ਹੈ, ਸੈਸ ਹੋਈ ਹੈ, ਤੁਹਾਨੂੰ ਟੀਚਰ ਨੇ ਇਸ਼ਾਰਾ ਕੀਤਾ, ਚਲੋ ਬਈ ਆਹ ਇਸ਼ਾਰਾ ਕਰ ਦਿੰਦੇ ਨੇ। ਆਹ ਇਸ਼ਾਰਾ ਦਾ ਮਤਲਬ ਕੀ ਹੈ? ਕਮਰੇ ਅੰਦਰ ਜਾਣਾ। ਜਦੋਂ ਕਮਰੇ ਦੀ ਗੱਲ ਕਰਦਾ ਹੈ, ਕਮਰੇ ਨਾਲ ਬੈਠੋ, ਇਹਨੂੰ ਕਹਿੰਦੇ ਅਧਿਕਰਨ ਕਾਰਕ। ਜਦੋਂ ਕਿਸੇ ਥਾਂ ਦਾ ਆਸਰਾ ਕਰਦਾ, ਚਲੋ ਵੀ ਪਲੇਗਰਾਊਂਡ ਜਾ ਕੇ ਖੇਡੋ, ਖੇਡ ਦੇ ਮੈਦਾਨ 'ਚ ਖੇਡੋ। ਹੁਣ ਖੇਡ ਦਾ ਮੈਦਾਨ ਕੀ ਹੈ? ਇੱਕ ਥਾਂ ਹੈ। ਹਰ ਥਾਂ ਤੇ ਚੀਜ਼ ਨਹੀਂ ਖੇਡੀ ਜਾ ਸਕਦੀ। ਖੇਡਣ ਵਾਸਤੇ ਖੇਡ ਦਾ ਮੈਦਾਨ ਨਹੀਂ ਹੈ। ਸੋ ਅਗਲਾ ਹੈਗਾ ਸੰਬੋਧਨ ਕਾਰਕ। ਸੰਬੋਧਨ ਦਾ ਮਤਲਬ ਸਿੱਧਾ ਨਿਕਲਦਾ ਹੈ, ਕਿਸੇ ਨੂੰ ਸੰਬੋਧਨ ਕਰਨਾ।
ਜਦੋਂ ਕਿਸੇ ਵਾਕ ਦੇ ਵਿੱਚ ਨਾਮ ਜਾਂ ਪੜਨਾਮ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ। ਨਾਮ ਜਾਂ ਪੜਨਾਮ, ਕਿਉਂਕਿ ਦੋ ਚੀਜ਼ਾਂ ਨੇ ਸਾਡੀ। ਮੈਂ ਆਪਾਂ ਪਹਿਲੇ ਲੈਸਨਾਂ ਦੇ ਵਿੱਚ ਵਿਆਕਰਨ ਦੇ ਵਿੱਚ ਨਾਮ ਤੇ ਪੜਨਾਮ 'ਚ ਗੱਲ ਕੀਤੀ ਹੋਈ ਹੈ, ਤੁਸੀਂ ਪਹਿਲੇ ਵੀਡੀਓਜ਼ ਦੇਖੋ। ਉਹ 'ਚ ਆਪਾਂ ਨੇ ਨਾਮ ਕੀ ਹੁੰਦਾ ਹੈ, ਜਿਹੜੇ ਸ਼ਬਦ ਕਿਸੇ ਨਾਮ, ਸਥਾਨ, ਜਗ੍ਹਾ ਆਦਿ ਲਈ ਵਰਤੇ ਜਾਣ ਉਹਨੂੰ ਨਾਮ ਕਹਿੰਦੇ ਨੇ। ਪੜਨਾਮ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣ। ਜਦੋਂ ਆਪਾਂ ਕੋਈ ਐਸੇ, ਮੇਰੇ ਮਿੱਤਰ ਦਾ ਐਸੇ ਲਿਖਦੇ ਹਾਂ, ਉਹਦੇ ਵਿੱਚ ਮਿੱਤਰ ਦੇ ਵਿੱਚ ਰਾਮ ਮੇਰਾ ਮਿੱਤਰ ਹੈ, ਉਹ ਮੇਰੀ ਕਲਾਸ 'ਚ ਪੜ੍ਹਦਾ ਹੈ, ਉਸ ਦੀ ਉਮਰ 14 ਸਾਲ ਦੀ ਹੈ, ਉਸਦੇ ਪਿਤਾ ਜੀ ਅਧਿਆਪਕ ਹਨ। ਹੁਣ ਜਿਹੜਾ ਉਹ ਉਸ ਜਿਹੜਾ ਕੁਛ ਲੱਗ ਰਿਹਾ ਹੈ ਉਹ ਕੀ ਹੈ, ਉਹ ਪੜਨਾਮ ਹੈ, ਕਿਉਂਕਿ ਉਹਨੇ ਕਿਹਦੀ ਥਾਂ ਲੈ ਲਈ, ਨਾਮ ਜਿਹੜਾ। ਕਿਉਂਕਿ ਪਹਿਲਾਂ ਮੈਂ ਮੋਹਨ ਮੇਰਾ ਮਿੱਤਰ ਹੈ ਜਿਹੜਾ ਲਿਖਿਆ ਹੈ, ਬਾਅਦ ਕੁੰਜ ਕੇ ਅੱਗੇ ਗੱਲ ਕਰ ਰਿਹਾ ਕਿ ਮੋਹਨ ਮੇਰਾ ਮਿੱਤਰ ਹੈ, ਉਹ ਮੇਰੀ ਕਲਾਸ 'ਚ ਪੜ੍ਹਦਾ। ਜਿਹੜਾ ਉਹ ਸ਼ਬਦ ਹੈ ਉਹਨੇ ਪੜਨਾਮ। ਹੁਣ ਬਾਰ-ਬਾਰ ਮੈਂ ਥੋੜ੍ਹੀ ਲਿਖੂੰਗਾ ਕਿ ਮੋਹਨ ਮੇਰੀ ਕਲਾਸ 'ਚ ਪੜ੍ਹਦਾ ਹੈ, ਉਹ ਮੋਹਨ ਦੇ ਪਿਤਾ ਅਧਿਆਪਕ ਹਨ, ਮੋਹਨ ਦੀ ਉਮਰ 14 ਸਾਲ ਹੈ, ਪਰ ਮੋਹਨ ਦੀ ਥਾਂ ਤੇ ਉਸ ਨੇ ਲਿਖੀ। ਸੋ ਕਹਿੰਦੇ ਜਦੋਂ ਕਿਸੇ ਵਾਕ ਦੇ ਵਿੱਚ ਨਾਮ ਪੜਨਾਮ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ, ਉਸ ਨੂੰ ਸੰਬੋਧਨੀ ਕਾਰਕ ਕਹਿ ਦਿੰਦੇ ਨੇ। ਐਗਜ਼ਾਮਪਲ, ਓਏ ਬਿੱਲੂਆ ਸੋਚ ਸਮਝ ਕੇ ਗੱਲ ਕਰੀ, ਓਏ ਬੰਤਿਆ ਕਿੱਧਰ ਚੱਲੇ, ਨਹੀਂ ਬੰਤੀ ਕਿਉਂ ਰੋ ਰਹੀ ਹੈ, ਸੰਬੋਧਨ। ਓ ਮੁੰਡਿਓ ਕਿੱਧਰ ਚੱਲੇ ਹੋ, ਚਲੋ ਕਲਾਸ ਦੇ ਅੰਦਰ ਚੱਲੀਏ ਆਪਾਂ ਪੜ੍ਹਨਾ। ਭਾਵ ਇਹਦੇ ਵਿੱਚ ਕੀ ਹੈਗਾ, ਸੰਬੋਧਨ ਕਰਨਾ। ਕਿਸੇ ਇੱਕ ਬੰਦੇ ਨੂੰ ਸੰਬੋਧਨ ਕਰਨਾ, ਬਹੁਤ ਸਾਰਿਆਂ ਨੂੰ ਸੰਬੋਧਨ ਕਰਨਾ। ਜਦੋਂ ਮੂਰੇ ਹੁਣ ਦੇਖੋ ਉੱਥੇ ਲੱਗਿਆ ਹੈ ਓਏ ਉੱਲੂ, ਓਏ ਉੱਲੂਆ। ਹੁਣ ਉੱਲੂਆ ਸ਼ਬਦ, ਓਏ ਉੱਲੂਆ ਇੱਕ ਨੂੰ ਕਿਹਾ, ਕਿਹਨੂੰ ਕਿਹਾ, ਪਰਟੀਕੂਲਰ ਨਾਮ ਨਹੀਂ ਕਿਸੇ ਦਾ। ਇੱਕ ਝੁੰਡ ਖੜਾ, ਝੁੰਡ ਦੇ ਵਿੱਚ ਕਿਸੇ ਨੇ ਸੰਬੋਧਨ ਕਰਤਾ, ਟੀਚਰ ਨੇ ਇਸ਼ਾਰਾ ਕਰਤਾ ਜਾਂ ਉਹਦੇ ਦੋਸਤ ਮਿੱਤਰ ਨੇ ਇਸ਼ਾਰਾ ਕਰਤਾ, ਉਹਨੂੰ ਪਤਾ ਹੈ ਉੱਲੂ ਕਿਹਨੂੰ ਕਿਹਾ। ਜਿਹੜਾ ਬੰਦਾ ਉਸ ਖੜਾ ਉਸ ਬੰਦੇ ਨੂੰ ਪਤਾ ਹੈ ਕਿ ਮੈਨੂੰ ਕਹਿ ਰਿਹਾ, ਇਸ ਕਰਕੇ ਸੰਬੋਧਨ ਕਰਨਾ। ਸੋ ਇਸ ਪ੍ਰਕਾਰ ਜਿਹੜਾ ਕਾਰਕ ਹੈਗਾ, ਕਾਰਕ ਦਾ ਵਿਆਕਰਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਪੜ੍ਹਦੇ ਹਾਂ, ਜਦੋਂ ਕਿਸੇ ਚੀਜ਼ ਨੂੰ ਦੇਖਦੇ ਹਾਂ, ਲਿਖਦੇ ਹਾਂ, ਤਾਂ ਉਹਨਾਂ ਦੇ ਅੰਦਰ ਜਿਹੜਾ ਕਾਰਕ ਦੀ ਕੀ ਮਹੱਤਤਾ ਹੈ, ਕਾਰਕ ਦੁਆਰਾ ਹੀ ਸਾਨੂੰ ਪਤਾ ਲੱਗਦਾ ਹੈ ਕਿ ਵਾਕ ਦੇ ਅੰਦਰ ਜਿਹੜਾ ਵਾਕ ਹੈ ਉਹ ਕਿਸ ਰੂਪ 'ਚ ਹੈਗਾ, ਕਿ ਉਹ ਕਰਤਾ ਰੂਪ ਦੇ ਵਿੱਚ ਵਾਕ ਹੈਗਾ, ਕਿ ਉਹ ਕਰਮ ਰੂਪ ਦੇ ਵਿੱਚ ਵਾਕ ਹੈਗਾ, ਕਿ ਉਹ ਕਰਨ ਰੂਪ ਦੇ ਵਿੱਚ ਵਾਕ ਹੈਗਾ, ਕਿ ਉਹ ਸੰਪਰਦਾਨ ਵਾਕ ਹੈ, ਕਿ ਉਪਾਦਾਨ ਵਾਕ ਹੈ, ਕਿ ਉਹ ਸੰਬੰਧ ਵਾਕ ਹੈ, ਕਿ ਅਧਿਕਰਨ ਵਾਕ ਹੈ, ਕਿ ਉਹ ਸੰਬੋਧਨ ਵਾਕ ਹੈ। ਜਦੋਂ ਅਸੀਂ ਕੈਟਾਗਰੀ ਕਾਰਕ ਦੇ ਵੱਖਰੇ ਵੱਖਰੇ ਕੈਟਾਗਰੀਜ਼ ਨੂੰ, ਵੱਖਰੇ ਵੱਖਰੇ ਭਾਗਾਂ ਨੂੰ, ਵੱਖਰੇ ਵੱਖਰੇ ਕਿਸਮਾਂ ਨੂੰ ਜਦੋਂ ਅਸੀਂ ਦੇਖਾਂਗੇ, ਉਹਨੂੰ ਪੜ੍ਹਾਂਗੇ, ਤਾਂ ਸਾਨੂੰ ਕਾਰਕ ਦੀ ਜਿਹੜੀ ਵਿਆਕਰਨ ਦੇ ਅੰਦਰ ਜਿਹੜਾ ਅਸੀਂ ਕੋਈ ਐਸੇ ਲਿਖਦੇ ਹਾਂ ਜਾਂ ਕੋਈ ਅਸੀਂ ਵਾਰਤਾਲਾਪ ਕਰਦੇ ਹਾਂ, ਵਾਰਤਾਲਾਪ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਯੋਗਦਾਨ ਹੈ। ਹੁਣ ਕਾਰਕ ਕੀ ਸੀ, ਕਾਰਕ ਬਾਰੇ ਗੱਲ ਕੀਤੀ ਕਿ ਕਿਸੇ ਵਾਕ ਵਿੱਚ ਨਾਮ, ਪੜਨਾਮ ਜਾਂ ਹੋਰਨਾਂ ਸ਼ਬਦਾਂ ਦਾ ਕਿਰਿਆ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਨੂੰ ਅਸੀਂ ਕਾਰਕ ਕਹਿੰਦੇ ਹਾਂ। ਕਾਰਕ ਦੀ ਐਗਜ਼ਾਮਪਲ ਆ ਗਈ, ਉਦਾਹਰਨ ਦਿੱਤੀ, ਇਹ ਹਰਮਨ ਦਾ ਭਰਾ ਹੈ, ਇਹ ਹਰਮਨ ਦਾ ਭਰਾ ਹੈ। ਉਹ ਜਿਹੜਾ ਇੱਥੇ ਸ਼ਬਦ ਦਾ ਹੈ ਉਹਨੇ ਮਿਲਾਇਆ, ਦੋਨੋਂ ਜੋੜਿਆ ਕਿ ਇਹ ਹਰਮਨ ਦਾ ਭਰਾ ਹੈ। ਹਰਮਨ ਤੇ ਭਰਾ ਨੂੰ ਜੋੜਨ ਦਾ ਜਿਹੜਾ ਕੰਮ ਹੈ ਉਹ ਦਾ ਕਾਰਕ ਨੇ ਕੀਤਾ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਦਾ ਕਿ ਕਾਰਕ ਚਿੰਨ੍ਹ ਕਿਹੜੇ ਕਿਹੜੇ ਨੇ। ਵੱਖਰੇ ਵੱਖਰੇ ਵਾਕਾਂ ਦੇ ਵਿੱਚ ਵੱਖਰੇ ਵੱਖਰੇ ਵਾਕਾਂ ਦੇ ਵਿੱਚ ਨਾਮ ਜਾਂ ਪੜਨਾਮ ਨਾਲ ਲੱਗੇ ਸੰਬੰਧਕਾਂ ਰਾਹੀਂ, ਕਿਉਂਕਿ ਮੈਂ ਹਜੇ ਆਪਣਾ ਪਿਛਲੇ ਲੈਸਨਾਂ 'ਚ ਆਪਾਂ ਸੰਬੰਧਕ ਦੀ ਗੱਲ ਕੀਤੀ ਹੈ, ਯੋਜਕ ਦੀ ਗੱਲ ਕੀਤੀ ਹੈ, ਕਿਉਂਕਿ ਇਹ ਦੋ ਇੱਕ ਇੱਦਾਂ ਦੇ ਨੇ, ਸੰਬੰਧਕ ਤੇ ਯੋਜਕ, ਇੱਕ ਵਾਕਾਂਸ਼ ਨੂੰ ਜੋੜਦਾ, ਇੱਕ ਸ਼ਬਦਾਂ ਨੂੰ ਜੋੜਦਾ। ਸੋ ਵੱਖਰੇ ਵੱਖਰੇ ਸੰਬੰਧਾਂ ਰਾਹੀਂ ਜਿਹੜਾ ਇਹ ਸ਼ਬਦਾਂ ਨੂੰ ਪ੍ਰਗਟ ਕਰਦੇ ਆ, ਉਹਨਾਂ ਨੂੰ ਉਹ ਕੀ ਨੇ, ਜਿਵੇਂ ਨੇ ਹੈ, ਨੂੰ ਹੈ, ਨਾਲ ਹੈ, ਰਾਹੀਂ ਹੈ, ਵਾਸਤੇ ਹੈ, ਤੋਂ ਹੈ, ਪਰੇ ਹੈ, ਦਾ ਹੈ, ਦੀ ਹੈ। ਇਹ ਕੀ ਨੇ, ਸੰਬੰਧ ਨੇ। ਕਿਸੇ ਦੋ ਵਾਕ ਦੇਖੋ, ਜੋ ਦੋ ਵਾਕਾਂ ਨੂੰ ਜੋੜਨਾ ਤੇ ਦੋ ਵਾਕਾਂਸ਼ਾਂ ਨੂੰ ਜੋੜਨਾ ਤੇ ਦੋ ਸ਼ਬਦਾਂ ਨੂੰ ਜੋੜਨਾ, ਦੋਨਾਂ ਦਾ ਮੀਨਿੰਗ ਪੂਰਾ ਕਰਨ ਵਾਸਤੇ ਸਾਨੂੰ ਇਹਨਾਂ ਦਾ ਆਸਰਾ ਲੈਣਾ ਪੈਂਦਾ। ਜਿਵੇਂ ਉੱਪਰਲੇ ਵਾਕ ਦੇ ਵਿੱਚ ਮੈਂ ਗੱਲ ਕੀਤੀ, ਇਹ ਹਰਮਨ ਦਾ ਭਰਾ ਹੈ। ਹੁਣ ਜੇ ਮੈਂ ਇੱਥੋਂ ਦਾ ਕੱਢ ਦੇਵਾਂ, ਇਹ ਹਰਮਨ ਭਰਾ ਹੈ, ਨੋ ਸੈਂਸ, ਮੀਨਿੰਗ ਨਹੀਂ, ਕੀ ਮਤਲਬ ਹੋਇਆ, ਇਹ ਹਰਮਨ ਭਰਾ ਹੈ। ਜਦੋਂ ਦਾ ਸ਼ਬਦ ਲਾਤਾ, ਦਾ ਇੱਥੇ ਕਾਰਕ ਦਾ ਰੂਪ ਧਾਰਨ ਕਰ ਗਿਆ। ਸੋ ਇਸ ਪ੍ਰਕਾਰ ਪੰਜਾਬੀ ਦੇ ਵਿੱਚ ਕਰਤਾ ਕਾਰਕ, ਕਰਨ ਕਾਰਕ,
ਕਰਮ ਕਾਰਕ, ਸੰਪਰਦਾਨ ਕਾਰਕ, ਅਪਦਾਨ ਕਾਰਕ, ਸੰਬੰਧ ਕਾਰਕ, ਅਧਿਕਰਨ ਕਾਰਕ ਤੇ ਸੰਬੋਧਨ ਕਾਰਕ। ਇਹਨਾਂ ਦਾ ਵੱਖਰਾ ਵੱਖਰਾ ਰੋਲ ਹੈ। ਜਦੋਂ ਅਸੀਂ ਕੋਈ ਵਾਰਤਾਲਾਪ ਕਰਦੇ ਹਾਂ ਜਾਂ ਜਦੋਂ ਅਸੀਂ ਕੋਈ ਵਾਰਤਾਲਾਪ ਨੂੰ ਕਲਮਬੱਧ ਕਰਦੇ ਹਾਂ ਤਾਂ ਸਾਨੂੰ ਇਹਨਾਂ ਕਾਰਕਾਂ ਦੀ ਬਹੁਤ ਲੋੜ ਪੈਂਦੀ ਹੈ। ਜਿਵੇਂ ਲਾਸਟ ਜਿਹੜਾ 8ਵੀਂ ਕਿਸਮ ਹੈਗੀ ਉਹ ਸੰਬੋਧਨ ਕਾਰਕ ਹੈ। ਸੰਬੋਧਨ ਜਦੋਂ ਅਸੀਂ ਵਿਆਕਰਨਿਕ ਤੌਰ ਤੇ ਕਿਸੇ ਨਾਲ ਸੰਬੋਧਨ ਵਿੱਚ ਗੱਲ ਕਰਦੇ ਹਾਂ, ਦੂਜੇ ਨਾਲ ਦੱਸਦੇ ਹਾਂ, ਉੱਥੇ ਸਾਨੂੰ ਜਿਹੜਾ ਹੈਗਾ ਜਿਹੜੇ ਸ਼ਬਦ ਅਸੀਂ ਪ੍ਰਯੋਗ ਕਰਦੇ ਹਾਂ ਉਹ ਸੰਬੋਧਨ ਕਾਰਕ ਦੇ ਵਿੱਚ ਆ। ਜਿਹੜੀ ਚੀਜ਼ਾਂ ਸੰਬੋਧਨ ਦੀ ਵਰਤੇ, ਜਿਵੇਂ ਦੇਖੋ ਸੀ ਓਏ ਉੱਲੂਆ, ਸੋਚ ਸਮਝ ਕੇ ਬੋਲੀ। ਕੀ ਗੱਲ ਹੈ, ਤੂੰ ਕਿਉਂ ਰੋਈ ਜਾਂਦਾ? ਮਤਲਬ ਕਿ ਕਿਸੇ ਵੱਲ ਇਸ਼ਾਰਾ ਕਰਨਾ, ਪਰਟੀਕੂਲਰ ਕਿਸੇ ਨੂੰ ਦੇਖਣਾ, ਉਹਦੇ ਵੱਲ ਦੇਖ ਕੇ ਉਹਨੂੰ ਇਸ਼ਾਰਾ ਕਰਨਾ, ਉਹਨੂੰ ਸੰਬੋਧਨ ਕਰਨਾ, ਉਹਨੂੰ ਸੰਬੋਧਨ ਕਾਰਕ ਕਹਿ ਦਿੰਦੇ ਨੇ। ਭਾਵ ਜਦੋਂ ਕਿਸੇ ਬਾਤ ਦੇ ਵਿੱਚ ਜਾਂ ਆਸਰਾ ਜਾਂ ਥਾਂ ਦਾ ਪ੍ਰਗਟ ਹੋਵੇ ਉਹਨੂੰ ਕੀ ਕਹਿ ਦਿੰਦੇ ਨੇ? ਉਹਨੂੰ ਕਹਿੰਦੇ ਅਧਿਕਰਨ ਕਾਰਕ। ਛੱਤ ਉੱਤੇ ਪੜੋ, ਦੇਖੋ ਹੁਣ ਥਾਂ ਆ ਗਈ, ਤੁਹਾਨੂੰ ਕਿ ਸੰਬੋਧਨ ਟੀਚਰ ਨੇ ਕਿਹਾ ਜਾਂ ਕਿਸੇ ਨੇ ਕਿਹਾ ਚਾਹ ਤੂੰ ਇੱਥੇ ਕੀ ਬੈਠਾ ਕੀ ਕਰਦਾ ਸੀ, ਗੱਲਾਂ ਕਰਨੀਆਂ ਨੇ ਵੀ, ਤੂੰ ਜਾਂ ਛੱਤ ਉੱਤੇ ਪੜ। ਸੋ ਇਸ ਪ੍ਰਕਾਰ ਆਪਣਾ ਅਪਦਾਨ ਕਾਰਕ ਦੇ ਵਿੱਚ ਵੀ ਹੈਗਾ ਕਿ ਵਾਕ ਵਿੱਚ ਨਾਮ ਜਾਂ ਪੜਨਾਮ ਤੋਂ ਕਿਰਿਆ ਦਾ ਕੰਮ ਆਰੰਭ ਹੋਵੇ ਜਾਂ ਵੱਖ-ਵੱਖ ਭਾਵ ਪ੍ਰਗਟ ਹੋਣ। ਸੰਤੋਖ ਦਿੱਲੀੋਂ ਆਇਆ, ਹੁਣ ਦੇਖੋ ਇਹਦੇ ਵਿੱਚ ਵੱਖਰੇ ਵੱਖਰੇ ਭਾਵ ਪ੍ਰਗਟ ਨੇ। ਸੰਤੋਖ ਦਿੱਲੀੋਂ ਆਇਆ, ਕਿੱਥੋਂ ਆਇਆ ਵੀ ਉਹ ਦਿੱਲੀੋਂ ਆਇਆ। ਸੋ ਇਸ ਪ੍ਰਕਾਰ ਸੰਪਰਦਾਨ ਕਾਰਕ ਆ ਗਿਆ। ਸੰਪਰਦਾਨ ਵਾਕ ਵਿੱਚ ਨਾਮ ਜਾਂ ਪੜਨਾਮ ਵਾਕ ਦਾ ਕਰਤਾ ਕੰਮ ਕਰਦਾ। ਜਿਵੇਂ ਪਿਤਾ ਨੇ ਬੱਚੇ ਲਈ ਮੁਸ਼ਕਲ ਕੀਤੀ। ਹੁਣ ਤੁਸੀਂ ਦੇਖੋ ਦੂਜਾ ਪ੍ਰਿੰਸੀਪਲ ਰਾਮ ਸਿੰਘ ਨੇ ਕਾਲਜ ਵਾਸਤੇ ਇੱਕ ਦਿਨ ਰਾਤ ਕੀਤਾ, ਕਿਉਂਕਿ ਇੱਥੇ ਕੌਣ ਹੈ? ਇੱਥੇ ਜਿਹੜਾ ਵਾਕ ਵਿੱਚ ਨਾਮ ਤੇ ਪੜਨਾਮ ਵਾਕ ਦਾ ਜਿਹੜਾ ਕਰਤਾ ਉਹੀ ਕੰਮ ਕਰ ਰਿਹਾ ਹੈ। ਹੁਣ ਇਹਦੇ ਵਿੱਚ ਜਿਹੜਾ ਪ੍ਰਿੰਸੀਪਲ ਰਾਮ ਸਿੰਘ ਹੈ ਉਹ ਕਾਲਜ ਵਾਸਤੇ ਕਰ ਰਿਹਾ ਕੰਮ, ਉਹ ਆਪਣਾ ਕੋਈ ਪਰਸਨਲ ਕੰਮ ਨਹੀਂ, ਉਹ ਕਾਲਜ ਵਾਸਤੇ ਦਿਨ ਰਾਤ ਕੀਤਾ। ਇੱਥੇ ਪਿਤਾ ਬੱਚੇ ਲਈ ਕਰ ਰਿਹਾ, ਮੁਸ਼ਕਲ ਕਰ ਰਿਹਾ। ਸੋ ਇਸ ਪ੍ਰਕਾਰ ਫਿਰ ਤੁਸੀਂ ਸੰਪਰਦਾਨ ਕਾਰਕ ਆ ਗਿਆ। ਫਿਰ ਤੁਸੀਂ ਕਰਨ ਕਾਰਕ ਦੀ ਗੱਲ ਕਰਦੇ ਹੋ। ਕਰਨ ਕਾਰਕ ਦੇ ਵਿੱਚ ਜਦੋਂ ਵਾਕ ਹੈ, ਵਾਕ ਵਿੱਚ ਨਾਮ ਜਾਂ ਪੜਨਾਮ ਦੁਆਰਾ ਕਿਰਿਆ ਦਾ ਕੰਮ ਕੀਤਾ ਜਾਂਦਾ ਹੈ। ਜਿਵੇਂ ਜਤਿੰਦਰ ਨੇ ਸੱਪ ਨੂੰ ਡੰਗ ਮਾਰਿਆ, ਜਿਵੇਂ ਜਤਿੰਦਰ ਨੇ ਸੱਪ ਨੂੰ ਡੰਗ ਮਾਰਿਆ। ਇਸ ਪ੍ਰਕਾਰ ਅਸੀਂ ਵੱਖਰੇ ਵੱਖਰੇ ਜਿਹੜੇ ਨੇ ਕਿਸਮਾਂ ਦੁਆਰਾ ਅਸੀਂ ਕਾਰਕ ਨੂੰ ਸਮਝ ਸਕਦੇ ਹਾਂ। ਤੁਸੀਂ ਨੋਟ ਪੈਨ ਲਓ, ਕਾਪੀ ਪੈਨ ਚੱਕੋ, ਕਾਪੀ ਪੈਨ ਚੱਕ ਕੇ ਇੱਕ ਵਾਕ ਇੱਕ ਲੇਖ ਦੀ ਸੈਂਟੈਂਸ ਨੂੰ ਲਿਖੋ, ਫਿਰ ਉਸ ਨਾਲ ਵਿੱਚੋਂ ਕਾਰਕ ਪਹਿਲਾਂ ਛਾਂਟੋ, ਫਿਰ ਉਸ ਬਾਅਦ ਉਹਦੀਆਂ ਕਿਸਮਾਂ ਛਾਂਟੋ। ਇਹੀ ਆਪਣਾ ਇਸ ਲੈਕਚਰ ਵਿੱਚ ਮੈਂ ਮੁੜ ਤੋਂ